Today we are going to discuss about a periodic table. How periodic table been constructed? किस तरीके ਨਾਲ ਬਣਾਇਆ ਗਿਆ ਹੈ? ਕਿਸ ਬੇਸ ਤੇ ਅਸੀਂ ਐਲੀਮੈਂਟਸ ਨੂੰ ਅਰੇਂਜ ਕੀਤਾ ਅਕੋਰਡਿੰਗ ਟੂ देयर ਇਨਕਰੀਜ਼ਿੰਗ ਐਟੋਮਿਕ ਨੰਬਰ। ਤਾਂ ਇਹ ਹੈ ਬੇਸ ਆਫ ਕੁਆਂਟਮ ਥਿਊਰੀ ਐਂਡ ਕੁਆਂਟਮ ਨੰਬਰਸ। ਕੁਆਂਟਮ ਨੰਬਰਸ ਕੀ ਹੈਗੇ ਆ? ਆਪਾਂ ਹੁਣ ਤੱਕ ਐਟੋਮਿਕ ਸਟਰਕਚਰ ਪੜ੍ਹੀ। ਐਟੋਮਿਕ ਸਟਰਕਚਰ ਦੇ ਵਿੱਚ ਆਪਾਂ ਪਹਿਲਾਂ ਜੇ ਥੋਮਸਨ ਤੋਂ ਬਾਅਦ ਰਦਰਫੋਰਡ ਤੋਂ ਬਾਅਦ ਬੋਹਰ। ਇਹਨਾਂ ਨੇ ਆਪਦੇ ਐਟੋਮਿਕ ਮਾਡਲ ਦਿੱਤੇ। ਜੇ ਥੋਮਸਨ ਦਾ ਜਿਹੜਾ ਐਟੋਮਿਕ ਮਾਡਲ ਸੀ, ਤੁਹਾਨੂੰ ਪਤਾ ਹੈ ਕਿ ਪਲਮ ਪੁਡਿੰਗ ਮਾਡਲ ਸੀ, ਬੜਾ ਸਿੰਪਲ ਜਿਹਾ ਮਾਡਲ ਸੀਗਾ ਜਿਹੜਾ ਬੜਾ ਸਕਸੈਸਫੁਲ ਨਹੀਂ ਹੋਇਆ। ਤੇ ਰਦਰਫੋਰਡ ਨੇ ਉਦੋਂ ਬਾਅਦ ਸਕੈਟਰਿੰਗ ਐਕਸਪੈਰੀਮੈਂਟ ਕੀਤਾ ਤੇ ਸਕੈਟਰਿੰਗ ਐਕਸਪੈਰੀਮੈਂਟ ਦੇ ਥਰੂ ਰਦਰਫੋਰਡ ਨੇ ਆਪਦਾ ਇੱਕ ਮਾਡਲ ਐਲਿਸੀਡੇਟ ਕੀਤਾ। ਉਹਦੇ ਵਿੱਚ ਕੀ ਸੀ ਕਿ ਇਲੈਕਟ੍ਰੋਨ ਜਿਹੜੇ ਆ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਦੇ ਆ। ਠੀਕ ਹੈ, ਇਹ ਕਨਸੈਪਟ ਸੀਗਾ। ਬਟ ਮੈਕਸਵੈਲ ਪਲੈਂਕ ਥਿਊਰੀ ਜਿਹੜੀ ਸੀਗੀ ਉਹਦੇ ਹਿਸਾਬ ਨਾਲ ਜਦੋਂ ਚਾਰਜ ਬਾਡੀ ਰਿਵੋਲਵ ਕਰਦੀਆਂ ਤਾਂ ਉਹ એનર્ਜੀ ਛੱਡਦੀਆਂ ਤੇ ਇਹਦੇ ਹਿਸਾਬ ਨਾਲ ਤਾਂ ਇਲੈਕਟ੍ਰੋਨ ਜਿਹੜਾ ਹੈ ਉਹ ਨਿਊਕਲੀਅਸ ਦੇ ਵਿੱਚ ਡਿੱਗ ਪੈਣਾ ਚਾਹੀਦਾ, ਪਰ ਇਹ ਇਸ ਤਰ੍ਹਾਂ ਨਹੀਂ ਹੁੰਦਾ। ਐਟਮ ਕਲੈਪਸ ਹੋ ਜਾਣਾ ਚਾਹੀਦਾ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤਾਂ ਫਿਰ ਕੋਈ ਕਮੀ ਸੀ। ਦੈਟ ਵਾਜ਼ ਰਿਮੂਵਡ ਬਾਈ ਬੋਹਰ। ਬੋਹਰ ਨੇ ਕੀ ਕਿਹਾ? ਬੋਹਰ ਨੇ ਕਿਹਾ ਕਿ ਜਿਹੜੇ ਇਲੈਕਟ੍ਰੋਨ ਹੈ ਉਹ ਕਿਹਦੇ ਵਿੱਚ ਰਿਵੋਲਵ ਕਰਦੇ ਆ? ਉਹ ਫਿਕਸਡ ਪਾਥ ਔਰ ਇਟ ਇਜ਼ ਕਾਲਡ ਆਰਬਿਟਸ। ਉਹ ਆਰਬਿਟਸ ਦੇ ਵਿੱਚ ਰਿਵੋਲਵ ਕਰਦੇ ਆ। ਜਦੋਂ ਤੋਂ ਇਹਨਾਂ ਆਰਬਿਟਸ ਦੇ ਵਿੱਚ ਰਿਵੋਲਵ ਕਰਦੇ ਆ ਤਾਂ ਉਹ ਕੋਈ ਵੀ એનર્ਜੀ ਨਾ ਛੱਡਦੇ ਆ ਨਾ ਲੈਂਦੇ ਆ। ਮੀਨ ਦੇ ਡੂ ਨਾਟ ਗੇਨ ਔਰ ਲੂਜ਼ ਐਨੀ એનર્ਜੀ। ਓਕੇ, ਤਾਂ ਜੇਕਰ ਉਹ ਅੰਦਰਲੇ ਸ਼ੈਲ ਦੇ ਵਿੱਚ ਪਿਆ ਉਹ ਅੰਦਰ ਰਿਵੋਲਵ ਕਰੀ ਜਾਏਗਾ, ਜੇਕਰ ਉਹ ਬਾਹਰਲੇ ਸ਼ੈਲ ਦੇ ਵਿੱਚ ਪਿਆ ਤੇ ਉਹ ਬਾਹਰ ਰਿਵੋਲਵ ਕਰੀ ਜਾਏਗਾ। ਤਾਂ ਨਾ એનર્ਜੀ ਲੂਜ਼ ਕਰੇਗਾ ਤੇ ਨਾ ਹੀ ਉਹ ਗੇਨ ਕਰੇਗਾ। ਹੁਣ ਹੋਏਗਾ ਕੀ ਕਿ ਜਦੋਂ ਇਹ ਇਲੈਕਟ੍ਰੋਨ ਲੋਅਰ ਸ਼ੈਲ ਤੋਂ ਹਾਇਰ ਸ਼ੈਲ 'ਚ ਜਾਏਗਾ, ਓਕੇ, ਤਾਂ ਉਹਦੇ એનર્ਜੀ ਡਿਫਰੈਂਸ ਦੀ એનર્ਜੀ ਇਹ ਸਪੋਜ਼ E1 ਆ, ਇਹ E2 ਆ, ਤਾਂ ਇਸ ਇਲੈਕਟ੍ਰੋਨ ਨੂੰ E1 ਇੱਕ ਇਲੈਕਟ੍ਰੋਨ ਹੈ ਤੇ ਦੂਜਾ ਆਪਣੇ ਕੋਲ E2 ਆ। E1 ਇਲੈਕਟ੍ਰੋਨ ਨੂੰ ਕਿੰਨੀ એનર્ਜੀ ਚਾਹੀਦੀ ਹੈ? E2 ਮਾਈਨਸ E1, ਮਤਲਬ ਜਿਹੜਾ એનર્ਜੀ ਡਿਫਰੈਂਸ ਹੈ ਉਹਨਾਂ ਦੋਵਾਂ ਸ਼ੈਲ ਦਾ ਉਹ એનર્ਜੀ ਲੈ ਕੇ ਜਾਏਗਾ। ਜੇਕਰ ਹਾਇਰ ਸ਼ੈਲ ਤੋਂ ਕੋਈ ਇਲੈਕਟ੍ਰੋਨ ਲੋਅਰ ਸ਼ੈਲ ਦੇ ਵਿੱਚ ਡਿੱਗਦਾ ਆ ਕੇ ਥੱਲੇ, ਤਾਂ ਉਹਦੇ ਡਿਫਰੈਂਸ ਦੀ એનર્ਜੀ ਛੱਡ ਕੇ ਜਾਏਗਾ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਇਲੈਕਟ੍ਰੋਨ ਜਿਹੜੇ ਹੈ ਉਸ ਪਰਟੀਕੂਲਰ ਸ਼ੈਲ ਦੇ ਵਿੱਚ ਰਿਵੋਲਵ ਕਰਦੇ ਹੈ ਦੈਨ ਦੇ ਡੂ ਨਾਟ ਲੂਜ਼ ਔਰ ਗੇਨ ਐਨੀ એનર્ਜੀ। ਤਾਂ ਸਟੇਬਿਲਿਟੀ ਆਫ ਐਟਮ ਜਿਹੜੀ ਹੈ ਉਹ ਪ੍ਰੂਵ ਹੋ ਗਈ ਇੱਥੋਂ। ਬਟ ਜਿਵੇਂ ਜਿਵੇਂ ਨਵੀਆਂ ਰਿਸਰਚਿਸ ਸਾਹਮਣੇ ਆਉਂਦੀਆਂ ਗਈਆਂ ਤਾਂ ਬੋਹਰ ਦਾ ਜਿਹੜਾ ਮਾਡਲ ਹੈ ਉਹਦੇ 'ਤੇ ਵੀ ਕਿੰਤੂ ਪਰੰਤੂ ਹੋਣਾ ਸ਼ੁਰੂ ਹੋ ਗਿਆ। ਕੁਐਸਚਨਿੰਗ ਸਟਾਰਟ ਹੋ ਗਈ। ਕਿਹੜੀ ਸੀਗੀ? ਹੈਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ। ਹੈਜ਼ਨਬਰਗ ਜਿਹੜਾ ਸੀਗਾ ਉਹਨੇ ਇੱਕ ਚੀਜ਼ ਕਲੀਅਰ ਕਰਤੀ ਕਿ ਮੋਮੈਂਟਮ ਤੇ ਪੋਜੀਸ਼ਨ ਇਹ ਦੋਨੇ ਸਿਮਲਟੇਨੀਅਸਲੀ ਇਕੱਠੇ ਮੈਜਰ ਕਰਨੇ ਪੋਸੀਬਲ ਨਹੀਂ ਗੇ, ਸਪੈਸ਼ਲੀ ਫॉर ਮਾਈਕਰੋਸਕੋਪਿਕ ਬੋਡੀਜ਼ ਵਾਸਤੇ। ਜਦੋਂ ਅਸੀਂ ਐਕੂਰੇਟਲੀ ਮੋਮੈਂਟਮ ਮੈਜਰ ਕਰਨ ਲੱਗਦੇ ਹਾਂ ਉਦੋਂ ਪੋਜੀਸ਼ਨ ਚੇਂਜ ਹੋ ਜਾਂਦੀ ਹੈ, ਤੇ ਜਦੋਂ ਅਸੀਂ ਪੋਜੀਸ਼ਨ ਐਕੂਰੇਟਲੀ ਮੈਜਰ ਕਰਨ ਲੱਗਦੇ ਹਾਂ ਤਾਂ ਮੋਮੈਂਟਮ ਚੇਂਜ ਹੋ ਜਾਂਦਾ ਹੈ। ਤਾਂ ਅਸੀਂ ਇਹ ਦੱਸ ਨਹੀਂ ਸਕਦੇ ਕਿ ਜਿਵੇਂ ਬੋਹਰ ਨੇ ਕਿਹਾ ਕਿ ਇਲੈਕਟ੍ਰੋਨ ਇੱਕ ਪਰਟੀਕੂਲਰ ਸ਼ੈਲ ਜਾਂ ਪਾਥ ਦੇ ਵਿੱਚ ਰਿਵੋਲਵ ਕਰਦੇ ਆ ਕਿ ਇਲੈਕਟ੍ਰੋਨ ਕਿੱਥੇ ਪਿਆ ਹੋਊਗਾ। ਇਲੈਕਟ੍ਰੋਨ ਇੱਥੇ ਪਿਆ ਹੋਏਗਾ, ਇਲੈਕਟ੍ਰੋਨ ਇੱਥੇ ਪਿਆ ਹੋਏਗਾ, ਕਿੱਥੇ ਪਿਆ ਹੋਏਗਾ। ਇੱਕ ਉਹਦੀ ਜਿਹੜੀ ਫਿਕਸਡ ਪਰਟੀਕੂਲਰ ਪੋਜੀਸ਼ਨ ਆਪਾਂ ਐਕਸਪਲੇਨ ਨਹੀਂ ਕਰ ਸਕਦੇ। ਸੈਕੰਡ ਜਿਹੜਾ ਸੀਰੀਅਸ ਬਲੋ ਸੀ that was given by ਸ਼ਰੋਡਿੰਗਰ। ਹੁਣ ਸ਼ਰੋਡਿੰਗਰ ਨੇ
ਜਿਹੜੀ ਸ਼੍ਰੋਡਿੰਗਰ ਵੇਵ ਇਕੁਏਸ਼ਨ ਹੈ ਇਹ ਕੀ ਦਿੰਦੀ ਹੈ 3 ਡਾਈਮੈਂਸ਼ਨਲ ਪਿਕਚਰ ਆਫ ਐਟਮ ਹੈ ਨਾ। ਜਿਹੜੀ ਆਪਾਂ ਇਕੁਏਸ਼ਨ ਪੜ੍ਹੀ ਹੈ ਇਹਦੇ ਚ x ਐਕਸਿਸ y ਐਕਸਿਸ ਤੇ z ਐਕਸਿਸ ਹੈ। ਤਾਂ ਜਿਹੜੇ ਇਲੈਕਟ੍ਰੋਨ ਦੀ ਡਿਸਟ੍ਰੀਬਿਊਸ਼ਨ ਹੈ ਉਹ ਤਿੰਨੇ ਡਾਇਰੈਕਸ਼ਨਸ ਦੇ ਵਿੱਚ ਹੁੰਦੀ ਹੈ, ਆਈਦਰ x y ਔਰ z। ਤਾਂ ਹੁਣ ਆਪਾਂ ਇਹ ਤਿੰਨ ਕੁਆਂਟਮ ਨੰਬਰ ਜਿਹੜੇ ਕਿ ਇਸ ਇਕੁਏਸ਼ਨ ਤੋਂ ਸੋਲਿਊਸ਼ਨ ਦੀ ਫਾਰਮ ਚ ਆਉਂਦੇ ਆ, ਦੈਟ ਇਜ਼ ਫਸਟ ਇਜ਼ ਪ੍ਰਿੰਸੀਪਲ ਕੁਆਂਟਮ ਨੰਬਰ, second is azimuthal quantum number, and third is magnetic quantum number, and fourth is स्पिन क्वांटम नंबर। तो टोटल 4 ਜਿਹੜੇ क्वांटम नंबर है अपने कोले। ਹੁਣ ਇਹ ਸਾਰੇ क्वांटम नंबर ਆਪਾਂ ਨੂੰ ਐਗਜ਼ੈਕਟ ਨਹੀਂ ਤਾਂ 99% ਜਿਹੜੀ ਲੋਕੇਸ਼ਨ ਆਫ ਇਲੈਕਟ੍ਰੋਨ ਹੈ ਉਹਦੇ ਬਾਰੇ ਦੱਸ ਸਕਦੇ ਆ। ਕਿਵੇਂ ਹੁਣ ਆਪਾਂ ਦੇਖਾਂਗੇ ਵਾਰੀ ਫਸਟ ਵੀ ਵਿਲ ਟਾਕ ਅਬਾਊਟ ਪ੍ਰਿੰਸੀਪਲ ਕੁਆਂਟਮ ਨੰਬਰ। ਪ੍ਰਿੰਸੀਪਲ ਕੁਆਂਟਮ ਨੰਬਰ ਕੀ ਹੁੰਦਾ ਹੈ ਕਿ ਜਿਹੜਾ ਪੋਜੀਸ਼ਨ ਆਫ ਇਲੈਕਟ੍ਰੋਨ ਫਰੋਮ ਨਿਊਕਲੀਅਸ ਆਪਾਂ ਨੂੰ ਦੱਸਦਾ ਕਿ ਨਿਊਕਲੀਅਸ ਦੇ ਵਿੱਚ ਜਿਹੜੇ ਨਿਊਕਲੀਅਸ ਤੋਂ ਇਲੈਕਟ੍ਰੋਨ ਕਿੰਨੀ ਦੂਰ ਹੈ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਬੋਹਰ ਦੇ ਵਿੱਚ ਸ਼ੈੱਲ ਬਾਰੇ ਆਪਾਂ ਨੂੰ ਉਹਨੇ ਦੱਸਿਆ ਸੀਗਾ। ਤਾਂ ਇਹਦੀ ਵੈਲਿਊ ਜਿਹੜੀ ਹੈ n 1 2 3 ਐਂਡ ਸੋ ਔਨ, ਕੋਈ ਵੀ ਹੋ ਸਕਦੀ ਹੈ 1 ਤੋਂ ਲੈ ਕੇ। ਤਾਂ ਇਹਦੇ ਤੋਂ ਸਿਰਫ ਆਪਾਂ ਨੂੰ ਦੂਰੀ ਪਤਾ ਲੱਗੇਗੀ ਇਲੈਕਟ੍ਰੋਨ ਦੀ ਨਿਊਕਲੀਅਸ ਤੋਂ। ਸੈਕੰਡ ਆ ਗਿਆ ਐਜ਼ੀਮਿਊਥਲ ਕੁਆਂਟਮ ਨੰਬਰ, that is represented by L। ਹੁਣ L ਵਾਸਤੇ ਜਿਹੜੀਆਂ n ਵਾਸਤੇ L ਦੀਆਂ ਜਿਹੜੀ ਵੈਲਿਊ ਹੈ that is n-1 ਹਮੇਸ਼ਾ 1 ਘੱਟ ਹੋਏਗੀ। ਫੋਰ ਐਗਜ਼ਾਮਪਲ if n is equal to 1 ਤਾਂ L ਕੀ ਆ ਗਈ 0। ਮਤਲਬ ਆ ਜਿਹੜੇ ਸੀਗੇ ਆਪਣੇ ਕੋਲੇ these are shells, okay। ਐਜ਼ੀਮੂਥਲ ਕੁਆਂਟਮ ਨੰਬਰ ਕੀ ਦੇਗਾ ਸਬ ਸ਼ੈਲਸ, ਠੀਕ ਹੈ। ਜੇ n ਦੀ ਵੈਲਿਊ 1 ਹੈ ਉਹਦੇ ਲਈ L ਦੀ ਵੈਲਿਊ 0 ਦਾ ਮਤਲਬ ਇਹਦੀ ਸ਼ੇਪ ਵੇਖੋ ਸਫੈਰੀਕਲੀ ਸਿਮੈਟ੍ਰੀਕਲ। ਸਿਮੈਟ੍ਰੀਕਲ ਵਿਚ ਇਜ਼ ਕਾਲਡ S। ਇਹ ਕਿਹੜਾ ਬਣ ਗਿਆ S ਸਬ ਸ਼ੈਲ ਬਣ ਗਿਆ। ਇਹਦੀਆਂ ਅਗਾਂਹ ਡਾਇਰੈਕਸ਼ਨਲ ਪ੍ਰੋਪਰਟੀ ਕੋਈ ਨਹੀਂ ਪਈ, ਕਿਉਂਕਿ ਜੇ ਆਪਾਂ ਡਾਇਰੈਕਸ਼ਨਲ ਪ੍ਰੋਪਰਟੀ ਦੀ ਗੱਲ ਕਰੀਏ 3 ਡਾਈਮੈਂਸ਼ਨਲ ਦੀ ਗੱਲ ਕਰੀਏ ਤਾਂ ਉਹ ਕਿੱਥੋਂ ਪਤਾ ਲੱਗੇਗਾ ਆਪਾਂ ਨੂੰ ਮੈਗਨੈਟਿਕ ਕੁਆਂਟਮ ਨੰਬਰ ਤੋਂ। ਮੈਗਨੈਟਿਕ ਕੁਆਂਟਮ ਨੰਬਰ ਕੀ ਦਿੰਦਾ, ਇਹ ਦਿੰਦਾ ਕਿਉਂਕਿ ਸਾਨੂੰ ਪਤਾ ਹੈ ਕਿ ਇਲੈਕਟ੍ਰੋਨ ਜਿਹੜਾ ਹੈ ਉਹ ਆਪਦੀ ਐਕਸਿਸ ਤੇ ਵੀ ਰਿਵੋਲਵ ਕਰਦਾ। ਆ ਜਿਹੜਾ ਇਲੈਕਟ੍ਰੋਨ ਹੈ ਆਪਦੀ ਐਕਸਿਸ ਤੇ, ਜਿਵੇਂ ਅਰਥ ਆਪਣੀ ਐਕਸਿਸ ਤੇ ਰਿਵੋਲਵ ਕਰਦੀ ਹੈ ਤੇ ਨਾਲੋਂ ਨਾਲ ਉਹ ਨਿਊਕਲੀਅਸ ਦੇ ਆਲੇ ਦੁਆਲੇ ਵੀ ਰਿਵੋਲਵ ਕਰਦਾ, ਠੀਕ ਹੈ। ਦੋ ਉਹਦੀਆਂ ਰੋਟੇਸ਼ਨ ਤੇ ਰੈਵੋਲੂਸ਼ਨ ਹੁੰਦੀ ਹੈ। ਉਹਦੇ ਕਰਕੇ ਕਿਉਂਕਿ ਜਿਹੜੀ ਚਾਰਜਡ ਬੋਡੀ ਜਦੋਂ ਰਿਵੋਲਵ ਕਰਦੀ ਹੈ ਤਾਂ ਉਹ ਮੈਗਨੈਟਿਕ ਫੀਲਡ ਪੈਦਾ ਕਰਦੀ ਹੈ। ਸੋ ਉਹਦੇ ਕਰਕੇ ਇਹਦੀ ਮੈਗਨੈਟਿਕ ਫੀਲਡ ਹੁੰਦੀ ਹੈ ਐਂਡ ਦੈਟ gives a magnetic quantum number। ਹੁਣ ਜਿਹੜਾ ਮੈਗਨੈਟਿਕ ਕੁਆਂਟਮ ਨੰਬਰ ਹੈ ਇਹਦੀ ਜਿਹੜੀ ਵੈਲਿਊ ਹੈ for every value of L magnetic quantum number has value ranges from -L 0 to +L। ਹੁਣ ਸਪੋਜ਼ ਆਪਾਂ ਪ੍ਰਿੰਸੀਪਲ ਕੁਆਂਟਮ ਨੰਬਰ ਦੇ n-1 ਲਿਆ ਸੀ, ਉਹਦੇ ਲਈ ਐਜ਼ੀਮੂਥਲ ਕੁਆਂਟਮ ਨੰਬਰ ਕੀ ਬਣ ਗਿਆ L ਦੀ ਵੈਲਿਊ n-1
दैट इज़ इक्वल टू 0। ਉਹਦੇ ਲਈ ਮੈਗਨੈਟਿਕ ਕੁਆਂਟਮ ਨੰਬਰ ਦੀ ਵੈਲਿਊ ਕੀ ਬਣ ਗਈ? -0 0 +0। ਤਿੰਨੇ ਕੋਈ -0 ਨਹੀਂ ਹੁੰਦੀ, +0 ਨਹੀਂ ਹੁੰਦੀ, 0 0 ਹੀ ਹੁੰਦੀ ਹੈ। ਇਸ ਕਰਕੇ ਦੀ ਵੈਲਿਊ ਕੀ ਆ ਗਈ? 0 ਆ ਗਈ। ਤਾਂ ਇਹ ਸਬਸ਼ੈਲ ਕਿਹੜਾ ਸੀ? ਐਸ ਮੀਨ ਸਫੈਰੀਕਲੀ ਸਿਮੈਟਰੀਕਲ। ਇਹਦਾ ਮਤਲਬ ਇਹਦੀ ਕੋਈ ਡਾਇਰੈਕਸ਼ਨਲ ਪ੍ਰੋਪਰਟੀ ਨਹੀਂ ਹੈਗੀ। ਇਹ ਕੋਈ ਐਕਸ ਐਕਸਿਸ ਨਹੀਂ, ਵਾਈ ਐਕਸਿਸ ਨਹੀਂ, ਜ਼ੈਡ ਐਕਸਿਸ ਨਹੀਂ। ਕਿਉਂਕਿ ਕਿੱਥੋਂ ਪਤਾ ਲੱਗਿਆ ਕਿ ਇਹਦਾ ਜਿਹੜਾ ਮੈਗਨੈਟਿਕ ਮੂਵਮੈਂਟ ਆ ਉਹ 0 ਆ। ਇਸ ਕਰਕੇ ਕਿਸੇ ਪਾਸੇ ਇਹਦੀ ਕੋਈ ਡਾਇਰੈਕਸ਼ਨਲ ਪ੍ਰੋਪਰਟੀ ਨਹੀਂ ਹੈਗੀ। ਇਸ ਕਰਕੇ ਇੱਕੋ ਹੀ ਇਹਦਾ ਜਿਹੜਾ ਸਬਸ਼ੈਲ ਹੈ। ਅਤੇ ਇੱਕ ਸਬਸ਼ੈਲ ਦੇ ਵਿੱਚ ਬੋਹਰ ਦੇ ਅਕੋਰਡਿੰਗ ਵੀ ਆਪਾਂ n ਵੈਲਿਊ ਦੇਖੀ ਸੀ ਕਿ 2n² ਹੁੰਦੀ ਹੈ ਸਬਸ਼ੈਲ ਦੇ ਵਿੱਚ ਨੰਬਰ ਆਫ ਇਲੈਕਟ੍ਰੋਨ ਪ੍ਰੈਜੈਂਟ। ਤਾਂ ਇਹਦੇ ਵਿੱਚ n = 1 ਹੈ, ਤਾਂ 2 × 1² ਦੈਟ ਇਜ਼ 2। ਇਹਦਾ ਮਤਲਬ S ਦੇ ਵਿੱਚ ਵੱਧ ਤੋਂ ਵੱਧ ਮੈਕਸੀਮਮ ਕਿੰਨੇ ਇਲੈਕਟ੍ਰੋਨ ਹੋ ਸਕਦੇ ਆ? 2 ਇਲੈਕਟ੍ਰੋਨ ਹੋ ਸਕਦੇ ਆ। ਇਸੇ ਤਰ੍ਹਾਂ ਹੁਣ ਆਪਾਂ P ਦੇ ਵਿੱਚ ਦੇਖਾਂਗੇ। ਤਾਂ N1 ਵਾਸਤੇ ਹੋ ਗਿਆ S, N ਵੈਲਿਊ 2 ਆ ਜੇ ਤਾਂ ਉਹਦੇ ਲਈ L ਦੀ ਵੈਲਿਊ ਕਿੰਨੀ ਹੋ ਗਈ? n-1। ਇਹ ਵੈਸੇ 0 ਤੋਂ ਆਪਾਂ n-1 ਲੈਂਦੇ ਹੁੰਦੇ ਆ। 0 to n-1। ਇਹਦਾ ਮਤਲਬ 0 ਤਾਂ ਆ ਹੀ ਗਿਆ, ਉਦੋਂ ਬਾਅਦ 2 ਪੁੱਟ ਕੀਤਾ n ਦੇ ਵਿੱਚ ਤਾਂ 1 ਆ ਗਿਆ। ਇੱਕ ਚੀਜ਼ ਯਾਦ ਰੱਖਣੀ ਹੈ, ਜਿੰਨਾ ਨੰਬਰ ਸ਼ੈੱਲ ਦਾ ਹੋਏਗਾ, ਸ਼ੈੱਲ ਦਾ ਨੰਬਰ ਕੀ ਹੈ? 2। ਉਹਦੇ ਲਈ n ਦੀਆਂ ਵੀ ਓਨੀਆਂ ਹੀ ਵੈਲਿਊਜ਼ ਹੋਣਗੀਆਂ। ਮਤਲਬ L ਵੀ ਗਾਂ 2 ਹੀ ਹੋਣਗੇ ਜੇ n2 ਹੈ ਤਾਂ। ਜੇ n3 ਹੈ ਤਾਂ L ਵੀ 3 ਹੋਣਗੇ। ਮਤਲਬ ਗਿਣਤੀ ਉਹਨਾਂ ਦੀ, ਕਾਊਂਟਿੰਗ ਉਹਨਾਂ ਦੀ 3 ਹੋਏਗੀ। ਤਾਂ L ਦੀ ਵੈਲਿਊ 0 ਆ ਗਈ। ਹੁਣ 0 ਵਾਸਤੇ ਫਿਰ ਆਪਾਂ ਵੇਖੀਏ ਤਾਂ M ਦੀ ਵੈਲਿਊ ਕੀ ਹੋਏਗੀ? 0। ਅਤੇ 1 ਵਾਸਤੇ ਵੇਖੀਏ ਤਾਂ M ਦੀ ਵੈਲਿਊ ਕੀ ਹੋਏਗੀ? +1 0 -1। ਇਹਦਾ ਮਤਲਬ ਜਦੋਂ L ਦੀ ਵੈਲਿਊ 1 ਹੈ ਤਾਂ ਉਹਦੇ ਲੀਆਂ ਜਿਹੜੀਆਂ ਮੈਗਨੈਟਿਕ ਕੁਆਂਟਮ ਨੰਬਰ ਦੀਆਂ 3 ਵੈਲਿਊ ਹੋਣਗੀਆਂ। ਇਟ ਮੀਨ ਇਟ ਹੈਜ਼ ਡਾਇਰੈਕਸ਼ਨਲ ਪ੍ਰੋਪਰਟੀ। ਇੱਕ ਐਕਸ ਐਕਸਿਸ ਬਣ ਗਿਆ, ਇੱਕ ਵਾਈ ਐਕਸਿਸ ਬਣ ਗਿਆ, ਇੱਕ ਜ਼ੈਡ ਐਕਸਿਸ ਬਣ ਗਿਆ। ਵੈਸੇ 0 ਨੂੰ ਜ਼ੈਡ ਐਕਸਿਸ ਲੈਂਦੇ ਹੁੰਦੇ ਆ, ਤੁਸੀਂ 0 ਨੂੰ ਜ਼ੈਡ ਲੈ ਸਕਦੇ ਆ ਅਤੇ -, ਨੂੰ ਵਾਈ ਲੈ ਸਕਦੇ ਆ। ਠੀਕ ਹੈ, ਇੱਕ ਐਕਸ ਐਕਸਿਸ ਬਣ ਗਿਆ, ਇੱਕ ਵਾਈ ਐਕਸਿਸ ਬਣ ਗਿਆ ਅਤੇ ਇੱਕ ਜ਼ੈਡ ਐਕਸਿਸ ਬਣ ਗਿਆ। ਤਾਂ ਇਹਨੂੰ ਜਿਹੜਾ 1 ਸਬਸ਼ੈਲ ਆ ਗਿਆ ਦੈਟ ਇਜ਼ ਰਿਪਰਜੈਂਟਡ ਐਜ਼ P। ਤਾਂ ਇਸ ਤਰ੍ਹਾਂ ਆਪਾਂ ਇਹ ਔਰਬਿਟਲ ਨੂੰ ਰਿਪਰਜੈਂਟ ਕਰਦੇ ਹਾਂ। ਜਿਹੜੀ ਸਬਸ਼ੈਲ ਹੈ ਦੈਟ ਇਜ਼ ਏ ਔਰਬਿਟਲ। ਦੀਜ਼ ਆਰ ਔਰਬਿਟਲਸ। ਤਾਂ ਇਹ ਕਿਹੜਾ ਔਰਬਿਟਲ ਬਣ ਗਿਆ? ਜਦੋਂ ਔਰਬਿਟਲ ਡੈਜ਼ੀਗਨੇਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ ਲਿਖਣੀ ਹੈ ਮੀਨ 2। ਉਦੋਂ ਬਾਅਦ L ਦੀ ਲਿਖਣੀ ਹੈ P। ਉਦੋਂ ਬਾਅਦ M ਦੀ ਲਿਖਣੀ ਹੈ। ਇੱਥੇ ਕਿਹੜੇ ਕਿਹੜੇ ਬਣ ਗਿਆ? 2px 2py ਅਤੇ 2pz। ਇਸ 0 ਵਾਸਤੇ ਕੀ ਬਣਿਆ? 2s। ਅਤੇ ਉੱਪਰਲੇ n = 1 ਵਾਸਤੇ ਕੀ ਬਣਿਆ? ਕਿਉਂਕਿ L ਦੀ ਵੈਲਿਊ ਵੀ 0 ਸੀ, M ਦੀ ਵੈਲਿਊ ਵੀ 0 ਸੀ ਅਤੇ ਇਹ n ਦੀ ਵੈਲਿਊ 1 ਹੈ, ਅਤੇ ਇਸ ਕਰਕੇ ਇਹ ਕਿਹਨੂੰ ਰਿਪਰਜੈਂਟ ਕਰਦਾ? 1s। ਇਸੇ ਤਰ੍ਹਾਂ ਜੇ n ਦੀ ਵੈਲਿਊ 3 ਹੋਵੇ, ਠੀਕ ਹੈ, ਤਾਂ ਹੁਣ L ਦੀਆਂ ਕਿੰਨੀਆਂ ਵੈਲਿਊ ਆ ਗਈਆਂ? 0 1 2, 3 ਵੈਲਿਊ ਆ ਗਈਆਂ। ਹੁਣ ਇਹਨਾਂ ਵਾਸਤੇ ਵੱਖਰੀਆਂ ਵੱਖਰੀਆਂ M ਦੀਆਂ ਵੈਲਿਊ ਹੈ। 0 ਵਾਸਤੇ ਤਾਂ 0 ਹੀ ਹੋਗੀ, 1 ਵਾਸਤੇ -1 0 +1 ਅਤੇ 2 ਵਾਸਤੇ -2 -1 0 +1 ਅਤੇ +2। 2 ਵਾਸਤੇ ਇਹ ਆ ਗਈ। ਤਾਂ ਹੁਣ ਇਹਨੂੰ ਅਸੀਂ ਔਰਬਿਟਲ ਨੂੰ ਰਿਪਰਜੈਂਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ S ਵਾਲੇ ਦੀ 0 ਦੀ ਵੈਲਿਊ, ਜਿਹਦੀ L ਦੀ ਵੈਲਿਊ 0 ਹੈ, ਇਹ ਕੀ ਹੈ? S 1p 2 ਕੀ ਆ ਗਿਆ? D। ਤਾਂ ਉਹਦੇ S ਕਿਹੜਾ ਹੈ? S ਦੀ ਕੋਈ ਡਾਇਰੈਕਸ਼ਨਲ ਪ੍ਰੋਪਰਟੀ ਨਹੀਂ, ਕਿਉਂਕਿ M ਦੀ ਵੈਲਿਊ 0 ਹੈ। ਇਸ ਕਰਕੇ 3s ਹੈ, ਕਿਉਂਕਿ 3 ਜਿਹੜਾ ਹੈ ਉਹ n ਦੀ ਵੈਲਿਊ ਹੈ
ਤੇ ਉਸ ਤੋਂ ਬਾਅਦ L ਦੀ ਵੈਲਿਊ ਰਿਪਰੈਜ਼ੈਂਟ ਕਰਨੀ ਹੈ, ਉਸ ਤੋਂ ਬਾਅਦ ਆਪਾਂ M ਦੀ ਵੈਲਿਊ ਰਿਪਰੈਜ਼ੈਂਟ ਕਰਨੀ ਹੈ। ਇਹਦੇ ਵਾਸਤੇ ਕੀ ਆ ਗਿਆ 3px, ਦੂਜੇ ਲਈ 3pz, 3py। ਤੇ D ਵਾਸਤੇ ਕੀ ਆ ਗਿਆ ਆਪਣੇ ਕੋਲੇ, ਹੁਣ D ਜਿਹੜਾ ਹੋਗਾ 5 ਤਰ੍ਹਾਂ ਦੇ ਆਰਬਿਟਲ ਹੈ, dxy, dyz, dzx, dx ਸਕੁਅਰ, y ਸਕੁਅਰ ਤੇ dz ਸਕੁਅਰ। ਤਾਂ ਕਿੰਨੇ ਆਰਬਿਟਲ ਆ ਗਏ 1 2 3 4 ਤੇ 5। D ਦੇ 5 ਆਰਬਿਟਲ ਹੈ ਤੇ ਹਰੇਕ ਆਰਬਿਟਲ ਦੇ ਵਿੱਚ ਮੈਕਸਿਮਮ ਕਿੰਨੇ ਇਲੈਕਟ੍ਰੋਨ ਹੋ ਸਕਦੇ, 2 ਹੋ ਸਕਦੇ। ਜਿਵੇਂ S ਦੇ ਵਿੱਚ 2 ਹੋ ਗਏ, ਇੱਥੇ px ਦੇ ਵਿੱਚ 2 ਹੋ ਗਏ, pz 'ਚ 2 ਹੋ ਗਏ, py 'ਚ 2 ਹੋ ਗਏ, xy 'ਚ 2 ਹੋ ਗਏ, yz 'ਚ 2 ਹੋ ਗਏ, zx 'ਚ 2 ਹੋ ਗਏ, ਇਹਨਾਂ ਦੇ ਵਿੱਚ ਗਾਂ 2 ਹੋ ਗਏ ਤੇ dz ਸਕੁਅਰ ਦੇ ਵਿੱਚ ਵੀ 2 ਹੋ ਗਏ। ਇਹਦਾ ਮਤਲਬ p ਦੇ ਵਿੱਚ ਟੋਟਲ ਕਿੰਨੇ ਹੋ ਗਏ 6, s ਦੇ ਵਿੱਚ ਟੋਟਲ ਕਿੰਨੇ ਹੋ ਗਏ 2 ਤੇ d ਦੇ ਵਿੱਚ ਟੋਟਲ ਕਿੰਨੇ ਹੋ ਗਏ 10। ਸੋ ਇਸੇ ਤਰੀਕੇ ਨਾਲ ਹੀ ਬੇਟਾ ਪੀਰੀਓਡਿਕ ਟੇਬਲ ਜਿਹੜਾ ਬਣਿਆ ਹੋਇਆ ਹੈ। ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪਹਿਲਾਂ ਦੇਖਦੇ ਹਾਂ ਕਿ S ਦੇ ਵਿੱਚ ਮੈਕਸਿਮਮ 2 ਇਲੈਕਟ੍ਰੋਨ ਆ ਸਕਦੇ, ਇਸ ਕਰਕੇ ਉੱਤੇ ਸਿਰਫ 2 ਹੀ ਐਲੀਮੈਂਟ ਹੈ, ਹਾਈਡਰੋਜਨ ਤੇ ਹੀਲੀਅਮ। ਇੱਕ ਉਹ ਜਿਹਦੇ 'ਚ 1s ਦੇ ਵਿੱਚ 1 ਇਲੈਕਟ੍ਰੋਨ ਹੈ, ਇੱਕ ਉਹ ਜਿਹਦੇ 'ਚ 1s ਦੇ ਵਿੱਚ 2 ਇਲੈਕਟ੍ਰੋਨ ਹੈ। ਠੀਕ ਹੈ, ਇਸੇ ਤਰ੍ਹਾਂ ਤੁਸੀਂ P 'ਚ ਦੇਖ ਸਕਦੇ ਆ। P ਦੇ ਵਿੱਚ ਸਭ ਤੋਂ ਪਹਿਲਾਂ ਟੋਟਲ ਕਿੰਨੇ ਐਲੀਮੈਂਟ ਹੈ, P ਦੇ ਵਿੱਚ 6 ਐਲੀਮੈਂਟ ਹੀ ਹੈ। ਸਭ ਤੋਂ ਪਹਿਲੇ ਜਿਹੜਾ ਸਟਾਰਟਿੰਗ ਗਰੁੱਪ ਜਿਹੜਾ P ਦਾ ਹੁੰਦਾ ਹੈ ਉਹ ਕਿਹੜਾ ਹੁੰਦਾ ਆਪਣੇ ਕੋਲੇ, ਦੂਸਰਾ ਗਰੁੱਪ ਹੈ ਨਾ। ਦੂਸਰੇ ਗਰੁੱਪ ਦੇ ਵਿੱਚ ਸਟਾਰਟ ਕਿੱਥੋਂ ਹੁੰਦਾ ਤੁਸੀਂ ਦੇਖ ਸਕਦੇ ਹੋ, ਇਹ ਸਟਾਰਟ ਹੁੰਦਾ ਲਿਥੀਅਮ, ਬਰੀਲੀਅਮ, ਇੱਥੋਂ ਖਾਲੀ ਹੋ ਗਿਆ 10 ਐਲੀਮੈਂਟ ਇੱਥੇ ਖਾਲੀ ਹੈ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਬੋਰਨ, ਬੋਰਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਤੇ ਨੀਓਨ। ਹੁਣ ਆਹ ਕਿੰਨੇ ਐਲੀਮੈਂਟ ਇਹਨਾਂ 'ਚ ਤਾਂ ਦੇਖੋ, ਇਹਨਾਂ 'ਚ ਲਿਥੀਅਮ ਦੇ ਵਿੱਚ ਤਾਂ ਇਹ ਸੈਕੰਡ ਪੀਰੀਅਡ ਦੀ ਗੱਲ ਹੋ ਰਹੀ ਹੈ। ਲਿਥੀਅਮ ਦੇ ਵਿੱਚ ਤਾਂ 2s1 ਦੀ ਫੀਲਿੰਗ ਹੈ, ਬਰੀਲੀਅਮ ਦੇ ਵਿੱਚ 2s2 ਦਾ ਹੋ ਗਿਆ। ਠੀਕ ਹੈ, ਤੇ ਬੋਰਨ ਦੇ ਵਿੱਚ 2p1, C ਦੇ ਵਿੱਚ 2p2, 2p3, 2p4, 2p5 ਤੇ 2p6। ਤਾਂ P ਦੇ ਵਿੱਚ 6 ਇਲੈਕਟ੍ਰੋਨ ਆ ਸਕਦੇ ਆ ਤੇ ਇਸ ਕਰਕੇ ਐਲੀਮੈਂਟ ਵੀ ਕਿੰਨੇ ਆ 6 ਐਲੀਮੈਂਟ ਹੈ। ਇਸੇ ਤਰ੍ਹਾਂ D ਦੇ ਵਿੱਚ 10 ਇਲੈਕਟ੍ਰੋਨ ਆ ਸਕਦੇ ਆ ਤੇ ਇੱਥੇ 10 ਐਲੀਮੈਂਟ ਹੋਣਗੇ, ਸਕੈਂਡੀਅਮ ਤੋਂ ਲੈ ਕੇ ਜ਼ਿੰਕ ਤੱਕ ਐਂਡ ਸੋ ਔਨ। ਸੋ ਇਸ ਤਰੀਕੇ ਨਾਲ ਜਿਹੜਾ ਪੀਰੀਓਡਿਕ ਟੇਬਲ ਹੈ ਸਾਰਾ ਜਿਹੜਾ ਉਹ ਬਣਾਇਆ ਗਿਆ। ਥੈਂਕ ਯੂ ਬੇਟਾ।